जिवें कि सरकार कहती सी असीं ठेकेदारी सिस्टम बंद करांगे ते हुण पिछले दिन इन्होंने आउटसोर्सिंग की भर्ती नूं प्रवानगी दे दित्ती है। पहला तो उन्होंने रिपोर्ट होंदी उन्होंने जुर्माना पैंदा, फिर 3-3 महीने उन्होंने तो रूट ऑफ रखिया जांदा। 3-3 जिहड़ियां उन्हां नूं सज़ावां दित्तियां जांदियां, फिक्स तनख्वाह की जाए डाटा आपरेटरां दी ते एडवांस बुकरां दी। बहुत नलायकी कहंदे ट्रांसपोर्ट मंत्री दी। PRT दे पन बस दे दुश्मन ने प्राइवेट घराने। ट्रांसपोर्ट मंत्री बनन सार बठिंडा विच उन्हां दे घरे उन्हां ने खाना खाधा। की नाम है जी? हाँ जी, मेरा नाम संदीप सिंह है जी। मैं PRTC पन बस कंट्रैक्ट वर्कर यूनियन बठिंडा डिपो तो प्रधान है जी। की मसला अज क्यों इकट्ठे होए? ਜਿਹੜਾ ਅੱਜ ਦਾ ਮਸਲਾ ਜੀ, ਇਹ ਸਰਕਾਰ ਨੇ ਜਿਹੜੇ ਸੱਤਾ ਜਾਣ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ, ਜਿਵੇਂ ਕਿ ਸਰਕਾਰ ਕਹਿੰਦੀ ਸੀ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਤੇ ਹੁਣ ਪਿਛਲੇ ਦਿਨ ਇਹਨਾਂ ਨੇ ਆਊਟਸੋਰਸਿੰਗ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਆ। ਜਿਹੜਾ ਕਿ ਪਹਿਲਾਂ 15-15 ਸਾਲ ਤੋਂ ਜਿਹੜੇ ਠੇਕੇਦਾਰੀ ਸਿਸਟਮ ਦੇ ਧੱਕੇ ਖਾ ਰਹੇ ਆ ਮੁਲਾਜ਼ਮ, ਉਹਨਾਂ ਦਾ ਕੁਝ ਕਰ ਨਹੀਂ ਰਹੀ। ਦੂਸਰਾ ਜੀ, ਜਿਹੜਾ ਹੁਣ ਸਾਡੇ ਰਿਪੋਰਟਾਂ ਵਾਲੇ ਵੀਰ ਜਿਹੜੇ ਆ ਰਹੇ ਆ, ਉਹਨਾਂ ਦੀਆਂ ਤਨਖਾਹਾਂ ਅੱਧੀਆਂ ਕਰਕੇ ਦੇ ਰਹੀ ਆ, ਉਹ ਬਿਲਕੁਲ ਧੱਕਾ ਜੀ। ਪਹਿਲਾਂ ਤਾਂ ਉਹਨਾਂ ਦੀ ਰਿਪੋਰਟ ਹੁੰਦੀ, ਉਹਨਾਂ ਨੂੰ ਜੁਰਮਾਨਾ ਪੈਂਦਾ, ਫਿਰ 3-3 ਮਹੀਨੇ ਉਹਨਾਂ ਤੋਂ ਰੂਟ ਆਫ ਰੱਖਿਆ ਜਾਂਦਾ। ਫਿਰ ਵੀ ਜਦੋਂ ਕਿਤੇ ਰਿਪੋਰਟ ਹੁੰਦੀ, ਉਹਨਾਂ ਦੀ ਰਿਪੋਰਟ ਵਿੱਚ ਗਿਣੀ ਜਾਂਦੀ, ਉਹਨੂੰ ਬਲੈਕ ਲਿਸਟ ਤੱਕ ਕੀਤਾ ਜਾਂਦਾ ਤੇ ਹੁਣ ਉਹਨਾਂ ਦੀ ਤਨਖਾਹ ਹੀ ਅੱਧੀ ਕਰਤੀ, ਜਦੋਂ ਕਿ ਸਾਡੇ ਬਰਾਬਰ ਦਾ ਕੰਮ ਕਰਦੇ ਆ। ਉਸ ਤੋਂ ਬਾਅਦ ਸਾਡੇ ਡਾਟਾ ਆਪਰੇਟਰ ਆ ਗਏ ਆ, ਸਾਡੇ ਐਡਵਾਂਸ ਬੁੱਕਰ ਆ ਗਏ ਆ, ਸਾਡੇ ਵਰਕਸ਼ਾਪ ਸਟਾਫ ਆ ਗਿਆ। ਇਹਨਾਂ ਨੇ ਅਲੱਗ-ਅਲੱਗ ਕੈਟਾਗਰੀਆਂ ਕਰਕੇ ਵੰਡਤਾ ਤਾਂ ਕਿ ਇਹ ਸਾਡੇ ਵਿੱਚ ਪਾੜ ਪਾਇਆ ਜਾਵੇ ਤਾਂ ਅਸੀਂ ਇਕੱਠੇ ਹੋ ਕੇ ਜਿਹੜੇ ਆਪਣੇ ਹੱਕ ਅਸੀਂ ਨਾ ਲੈ ਸਕੀਏ। ਕਿਉਂਕਿ ਭਗਵੰਤ ਮਾਨ ਜੀ ਨੇ ਪਹਿਲਾਂ ਕਿਹਾ ਸੀਗਾ ਵੀ ਜਦੋਂ ਵੀ ਸਾਡੀ ਸਰਕਾਰ ਆ ਗਈ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਸਾਰੇ ਵਰਕਰਾਂ ਦਾ ਹੱਲ ਕਰਾਂਗੇ, ਪਰ ਕਿਸੇ ਦਾ ਕੋਈ ਹੱਲ ਨਹੀਂ ਹੋਇਆ। ਉਹੀ ਅੱਜ ਵਰਕਰਾਂ ਦੇ ਉੱਤੇ ਫਿਰ ਡੰਡਾ ਚੱਲ ਰਿਹਾ ਜੀ ਤੇ ਉਹੀ ਭਰਤੀਆਂ ਫਿਰ ਆਊਟਸੋਰਸ ਤੇ ਅੱਜ ਹੋ ਰਹੀਆਂ ਜੀ। ਬਿਲਕੁਲ ਜਿਵੇਂ ਕਿ ਪਹਿਲਾਂ ਵਾਲੀਆਂ ਸਰਕਾਰਾਂ ਸੀ, ਲਗਭਗ ਉਸੇ ਤਰ੍ਹਾਂ ਦਾ ਰਵੱਈਆ ਸਰਕਾਰ ਕਰ ਰਹੀ ਹੈ। ਜਿਵੇਂ ਕਿ ਲੋਕਾਂ ਨੂੰ ਉਤਸ਼ਾਹ ਸੀ, ਚਾਅ ਸੀ ਵੀ ਇੱਕ ਬਦਲਾਅ ਆਊਗਾ, ਸਾਨੂੰ ਵੀ ਬਹੁਤ ਚਾਅ ਸੀ ਵੀ ਅਸੀਂ ਇੱਕ ਆਮ ਸਰਕਾਰ ਚੁਣੀ ਆ ਤੇ ਭਗਵੰਤ ਮਾਨ ਜੀ ਕਹਿੰਦੇ ਸੀ ਜਿਹੜੀ ਇਹ ਸਰਕਾਰ ਹੈ ਪਿੰਡਾਂ 'ਚੋਂ ਚੱਲੂ, ਕਸਬਿਆਂ 'ਚੋਂ ਚੱਲੂਗੀ, ਪਰ ਨਹੀਂ, ਇਹ ਸਰਕਾਰ ਵੀ ਉੱਥੇ ਹੀ ਚੱਲਦੀ ਹੈ ਜਿੱਥੋਂ ਪਹਿਲਾਂ ਵਾਲੀਆਂ ਸਰਕਾਰਾਂ ਚੱਲਦੀਆਂ ਸੀ। ਜਿਵੇਂ ਕਿ ਹੁਣ ਟਰਾਂਸਪੋਰਟ ਮਾਫੀਆ ਦਾ ਤੇ ਕੱਲ੍ਹ ਵੀ ਜਿਹੜਾ ਸਾਡਾ ਡਿਪੂ ਇਹ ਬੰਦ ਕੀਤਾ ਗਿਆ ਸੀਗਾ। ਡਿਪੂ ਬੰਦ ਕਰਨ ਦਾ ਕਾਰਨ ਇਹ ਸੀਗਾ ਵੀ ਜਿਹੜੇ ਵੀ ਨਿਊ ਦੀਪ ਦੇ ਟਾਈਮ ਆ ਅੰਮ੍ਰਿਤਸਰ ਨੂੰ ਪਹਿਲਾਂ ਬਹੁਤ ਟਾਈਮ ਆਪਦੀ ਮਨਮਰਜ਼ੀ ਦੇ ਸੀਗੇ, ਹੁਣ ਫਿਰ ਉਹ ਆਪਦੀ ਮਨਮਰਜ਼ੀ ਦੇ ਟਾਈਮ ਟੇਬਲ ਹੀ ਕੱਲ੍ਹ ਚਲਾ ਰਹੇ ਸੀ। ਜਦੋਂ ਕਿ RTO ਜਿਹੜੇ RTA ਸਾਹਿਬ ਆ ਬਠਿੰਡਾ ਦੇ, ਸਾਨੂੰ 1 ਮਹੀਨੇ ਵਿੱਚ ਘੱਟੋ ਘੱਟ 3-3 ਲਿਸਟਾਂ ਦੇ ਦਿੰਦੇ ਆ ਵੀ ਅੱਜ ਆਹ ਟਾਈਮ ਟੇਬਲ ਚੱਲੂਗਾ, ਕੱਲ੍ਹ ਨੂੰ ਆਹ ਚੱਲੂਗਾ, ਕਿਉਂਕਿ ਜਿੰਨੀ ਕੁ ਪ੍ਰਾਈਵੇਟ ਵਾਲੇ ਸੇਵਾ ਪਾਣੀ ਕਰ ਦਿੰਦੇ ਆ ਉਸ ਹਿਸਾਬ ਨਾਲ ਟਾਈਮ ਟੇਬਲ ਬਣਾ ਦਿੰਦੇ ਆ। ਟਰਾਂਸਪੋਰਟ ਮੰਤਰੀ ਨੂੰ ਮੌਜੂਦਾ ਨੂੰ ਕਿਵੇਂ ਦੇਖਦੇ ਹੋ? ਟਰਾਂਸਪੋਰਟ ਮੰਤਰੀ ਨੂੰ ਮੌਜੂਦਾ ਨੂੰ ਅਸੀਂ ਵੇਖਦੇ ਹਾਂ ਵੀ ਜਿਵੇਂ ਨਾ ਇੱਕ ਬੱਚਿਆਂ ਨੂੰ ਕੋਈ ਨਵੀਂ ਚੀਜ਼ ਲਿਆ ਦੇ ਉਹਨੂੰ ਚਾਅ ਚੜ੍ਹ ਜਾਂਦਾ, ਬਿਲਕੁਲ ਉਹੀ ਰਵੱਈਆ ਜਿਹੜਾ ਟਰਾਂਸਪੋਰਟ ਮੰਤਰੀ ਜੀ ਦਾ। ਦੇਖੋ ਜਦੋਂ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਦੇ ਟਾਈਮ ਦੇ ਵਿੱਚ ਬੱਸਾਂ ਪਈਆਂ ਸੀ, ਸਾਰੀਆਂ ਬੱਸਾਂ ਨੂੰ ਚੰਡੀਗੜ੍ਹ ਤੋਂ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਸੀਗਾ, ਠੀਕ ਹੈ। ਕਾਂਗਰਸ ਸਰਕਾਰ ਬੱਸਾਂ ਪਾ ਕੇ ਗਈ ਆ, ਉਹ ਸਾਨੂੰ ਰੂਟ ਰਾਜਾ ਵੜਿੰਗ ਜੀ ਸਾਨੂੰ ਰੂਟ ਦਵਾ ਕੇ ਗਏ ਸੀਗੇ, ਸਾਡੇ ਟਾਈਮਾਂ ਦੀ ਸੈਟਿੰਗ ਕਰਾ ਕੇ ਗਏ ਸੀਗੇ। ਉਸ ਤੋਂ ਬਾਅਦ ਹੁਣ ਗੱਡੀਆਂ ਇਹਨਾਂ ਨੂੰ 3-3 ਮਹੀਨੇ ਹੋ ਗਏ ਆ ਤੇ ਨਵੇਂ ਟਰਾਂਸਪੋਰਟ ਜਿਹੜੇ ਬਣੇ ਮੰਤਰੀ ਆਪਣੇ, ਉਹਨਾਂ ਨੇ ਅੰਮ੍ਰਿਤਸਰ 'ਚ ਚਲੋ ਜਾ ਕੇ ਝੰਡੀ ਦਿੱਤੀ। ਚਲੋ ਠੀਕ ਹੈ, ਨਵੇਂ ਟਰਾਂਸਪੋਰਟ ਮੰਤਰੀ ਬਣੇ ਸੀ, ਉਹਨਾਂ ਦਾ ਝੰਡੀ ਦੇਣ ਦਾ ਚਾਅ ਸੀ, ਉਹ ਚਾਅ ਉਹਨਾਂ ਨੇ ਪੂਰਾ ਕਰ ਲਿਆ। ਪਰ ਕੁਛ ਦਿਨਾਂ ਬਾਅਦ ਉਹਨਾਂ ਨੇ ਚੰਡੀਗੜ੍ਹ ਜਦੋਂ ਫਿਰ ਜਾ ਕੇ ਝੰਡੀ ਦਿੱਤੀ ਨਵੀਆਂ ਬੱਸਾਂ ਦੇ ਨਾਂ 'ਤੇ, ਉਹ ਜਿਹੜੀਆਂ ਬੱਸਾਂ ਨੂੰ ਝੰਡੀ ਦਿੱਤੀ ਆ ਉਹਨਾਂ ਦੀ ਇੱਕ ਵਾਰੀ ਸਰਵਿਸ ਹੋ ਗਈ ਆ, 50-50 ਹਜ਼ਾਰ ਕਿਲੋਮੀਟਰ ਚੱਲ ਗਈਆਂ ਸੀ। 3 ਦਿਨ ਸਾਡੀਆਂ ਬੱਸਾਂ ਖੜਾਈ ਰੱਖੀਆਂ, ਨਾਲੇ ਸਾਡਾ ਸਟਾਫ ਉੱਥੇ ਖੱਜਲ ਖੁਆਰ ਕੀਤਾ, ਠੀਕ ਹੈ ਜੀ। ਨੁਕਸਾਨ ਮਹਿਕਮੇ ਦਾ ਹੋਇਆਗਾ। ਉਹਨਾਂ ਨੂੰ ਅਸੀਂ ਇਹੀ ਦੱਸਣਾ ਚਾਹੁੰਦੇ ਹਾਂ ਵੀ ਜਿਵੇਂ ਰਾਜਾ ਵੜਿੰਗ ਦੀ ਤਰ੍ਹਾਂ ਕੱਲ੍ਹ ਬੋਲਵੋ ਚੜ੍ਹ ਕੇ ਸਤਿ ਸ੍ਰੀ ਅਕਾਲ ਬੁਲਾਉਣ ਨਾਲ ਜਾਂ ਝੰਡੀ ਦੇਣ ਨਾਲ ਤੁਸੀਂ ਰਾਜਾ ਵੜਿੰਗ ਨਹੀਂ ਬਣ ਸਕਦੇ। ਜਿਵੇਂ ਰਾਜਾ ਵੜਿੰਗ ਜੀ ਖੁਦ ਅੱਡਿਆਂ ਦੇ ਵਿੱਚ ਆਉਂਦੇ ਸੀ, ਖੁਦ ਉਹ ਬੱਸਾਂ ਨੂੰ ਮੇਰੀਆਂ ਬੱਸਾਂ ਕਹਿ ਕੇ, ਵਰਕਰਾਂ ਨੂੰ ਮੇਰੇ ਵਰਕਰ ਕਹਿ ਕੇ ਬੁਲਾਉਂਦੇ ਸੀ ਤੇ ਬਾਕੀ ਉਹ ਵਰਕਰਾਂ ਦੇ ਵੀ ਹੋਏ ਸੀ ਤੇ ਬੱਸਾਂ ਦੇ ਵੀ ਹੋਏ ਸੀਗੇ। ਉਹਨਾਂ ਦੀ ਤਰ੍ਹਾਂ ਐਕਟੀਵਿਟੀ ਰੱਖਣੀ ਪਊਗੀ। ਜਿਹੜਾ ਇਹਨਾਂ ਦੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਪ੍ਰਾਈਵੇਟ ਟਰਾਂਸਪੋਰਟ ਘਰਾਣਿਆਂ ਦੇ ਆਉਣੇ ਆ, ਤੁਹਾਨੂੰ ਇਹਨਾਂ ਨਾਲ ਬਿਲਕੁਲ ਐਂਟੀ ਹੋ ਕੇ ਖੜਨਾ ਪਊਗਾ, ਫਿਰ ਤੁਹਾਡੀ ਟਰਾਂਸਪੋਰਟ ਚੱਲੂਗੀ। ਜੇ ਤੁਸੀਂ ਉਹਨਾਂ ਦੇ ਘਰੇ ਜਾ ਕੇ ਸ਼ਾਹੀ ਭੋਜਨ ਕਰਦੇ ਹੋ, ਆਓ ਭਗਤੀ ਤੁਹਾਡੀ ਹੁੰਦੀ ਆ, ਤਾਂ ਬਿਲਕੁਲ ਤੁਸੀਂ ਕਦੇ ਵੀ ਸਰਕਾਰੀ ਟਰਾਂਸਪੋਰਟ ਦੇ ਹੱਕ ਦੇ ਵਿੱਚ ਨਹੀਂ ਭੁਗਤ ਸਕਦੇ। ਤੁਸੀਂ ਪ੍ਰਾਈਵੇਟ ਜਿਹੜੇ ਧਨਾਟ ਆ ਉਹਨਾਂ ਦੇ ਮੰਤਰੀ ਬਣ ਕੇ ਰਹੋਗੇ, ਸਾਡੇ ਮੰਤਰੀ ਕਦੇ ਨਹੀਂ ਬਣ ਸਕਦੇ। ਇੱਕ ਬੱਸਾਂ 'ਚ ਬਹੁਤ ਜ਼ਿਆਦਾ ਰਸ਼ ਰਹਿੰਦਾ, ਉਹਦੇ ਕਾਰਨ ਵਿਵਾਦ ਵੀ ਆਏ ਦਿਨ ਪੈਦਾ ਹੁੰਦਾ ਰਹਿੰਦਾ, ਇਹਦਾ ਕੀ ਹੱਲ ਹੈਗਾ? ਇਹਦਾ ਹੱਲ ਤਾਂ ਇਹੀ ਹੈ ਜੀ, ਇਹਦਾ ਪਹਿਲਾ ਹੱਲ ਤਾਂ ਇਹ ਹੈ ਵੀ ਘੱਟੋ ਘੱਟ ਨਾ ਜ਼ਿਆਦਾ ਤਾਂ 50% ਜਿਹੜਾ ਕਿ ਕਿਰਾਇਆ ਔਰਤਾਂ ਦਾ ਉਹ ਚਾਲੂ ਕੀਤਾ ਜਾਵੇ। ਦੂਸਰਾ 420 ਬਹੁਤ ਹੋ ਰਹੀ ਹੈ ਜੀ, ਕਿਉਂਕਿ ਇਹ ਸਾਡੇ ਡੱਬ ਵਾਲੀ ਏਰੀਏ ਦੇ ਵਿੱਚੋਂ ਲਗਭਗ ਸਾਰੀਆਂ ਔਰਤਾਂ ਨੇ ਪੰਜਾਬ ਦੇ ਆਧਾਰ ਕਾਰਡ ਬਣਾ ਲਏ ਆ। ਆਧਾਰ ਕਾਰਡ ਤੋਂ ਐਡਰੈਸ ਚੇਂਜ ਹੁੰਦਾ ਗਾ, ਸ਼ਰੇਆਮ ਸਰਕਾਰ ਦੀ ਲੁੱਟ ਹੋ ਰਹੀ ਹੈਗੀ। ਬੱਸਾਂ ਦੇ ਟਾਈਮ ਇਹ ਜਿਹੜੇ ਟਾਈਮ ਟੇਬਲ ਸਾਨੂੰ ਘੱਟ ਦੇ ਰਹੇ ਆ, ਕਿਉਂਕਿ ਫਿਰ ਪ੍ਰਾਈਵੇਟ ਨੂੰ ਬੜਾਵਾ ਦੇ ਰਹੇ ਆ ਇਹ, ਤਾਂ ਕਰਕੇ ਰਸ਼ ਜਿਹੜਾ ਸਾਡੀ ਸਰਕਾਰੀ ਬੱਸਾਂ ਦੇ ਵਿੱਚ ਬਹੁਤ ਜ਼ਿਆਦਾ ਹੋਣ ਲੱਗ ਗਿਆ। ਜਿਹੜਾ ਸਾਨੂੰ ਟਾਈਮ ਚਾਹੀਦਾ ਸੀਗਾ, ਜਿੰਨੀਆਂ ਸਾਨੂੰ ਬੱਸਾਂ ਚਾਹੀਦੀਆਂ ਸੀ ਉਹ ਨਹੀਂ ਮਿਲ ਰਹੀਆਂ। ਜਿੰਨਾ ਹੁਣ ਪੰਜਾਬ ਰੋਡਵੇਜ਼ ਦੀਆਂ ਬਹੁਤ ਸਾਰੇ ਡਿਪੂਆਂ ਦੇ ਵਿੱਚ ਬੱਸਾਂ ਖੜੀਆਂ ਹੋਈਆਂ। ਮੁਲਾਜ਼ਮ ਵਰਗ ਹੈ ਜਿਹੜਾ
ਨਜਾਇਜ਼ ਰਿਪੋਰਟਾਂ ਵਾਲੇ ਆ ਜਿਹੜੇ ਰਿਜੈਕਟ ਅਪੀਲਾਂ ਵਾਲੇ ਹੈਗੇ ਉਹ ਵਿਚਾਰੇ ਤੁਰੇ ਫਿਰਦੇ ਹੈਗੇ, ਘਰੋਂ ਘਰੀ ਤੁਰੇ ਫਿਰਦੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਇਹੀ ਅਪੀਲ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਡਾਇਰੈਕਟਰ ਆਫ ਬੋਰਡ ਦੀ ਮੀਟਿੰਗ ਕੀਤੀ ਜਾਵੇ। ਜਿਹੜੇ ਰਿਪੋਰਟਾਂ ਵਾਲੇ ਆ ਠੀਕ ਹੈ, ਇਨਸਾਨ ਤੋਂ ਗਲਤੀਆਂ ਹੁੰਦੀਆਂ, ਉਦੋਂ ਗਲਤੀਆਂ ਜ਼ਰੂਰ ਵੀ ਸੀਗਾ ਕਿਉਂਕਿ 5-6 ਹਜ਼ਾਰ ਰੁਪਏ ਤਨਖਾਹ ਸੀ, ਜਿਹਦੇ 2 ਬੱਚੇ ਉਹ ਵਿਚਾਰਾ ਘਰ ਕਿਵੇਂ, ਅਕਸਰ ਬੰਦੇ ਨੂੰ ਆਪਦੇ ਬੱਚਿਆਂ ਦਾ ਪੇਟ ਭਰਨ ਵਾਸਤੇ ਚੋਰੀ ਵੀ ਕਰਨੀ ਪੈਂਦੀ ਹੈ, ਡਾਕੇ ਵੀ ਮਾਰਨੇ ਪੈਂਦੇ ਆ, ਹਰ ਹੱਦ ਤੱਕ ਗੁਜ਼ਰਨਾ ਪੈਂਦਾ। ਚਲੋ ਬੰਦਿਆਂ ਤੋਂ ਗਲਤੀਆਂ ਹੋਈਆਂ, ਉਹਨਾਂ ਦੀਆਂ ਜਿਹੜੀਆਂ ਅਪੀਲਾਂ ਉਹ ਰਿਜੈਕਟ ਕੀਤੀਆਂ ਹੋਈਆਂ ਉਹਨਾਂ ਨੂੰ ਡਿਊਟੀਆਂ 'ਤੇ ਪਾਇਆ ਜਾਵੇ। ਜਿਹੜੇ ਸਾਡੇ ਟਾਈਮ ਟੇਬਲ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਬਣਾ ਕੇ ਗਏ ਆ, ਸਾਡੇ ਉਹ ਟਾਈਮ ਟੇਬਲ ਚਲਾਏ ਜਾਣ, ਫਿਰ ਇਸ ਸਮੱਸਿਆ ਦਾ ਹੱਲ ਹੋ ਸਕਦਾ। ਅਤੇ ਜਿਹੜਾ ਔਰਤਾਂ ਦਾ ਕਿਰਾਇਆ ਨਹੀਂ ਜ਼ਿਆਦਾ ਤਾਂ ਘੱਟੋ ਘੱਟ 50% ਕਿਰਾਇਆ ਲਾਗੂ ਕੀਤਾ ਜਾਵੇ, ਜੋ ਕਿ ਸਾਡੇ ਮੈਂ ਟਰਾਂਸਪੋਰਟ ਨੂੰ ਵੀ, ਪੰਜਾਬ ਰੋਡਵੇਜ਼ ਤੇ ਪਣ ਬੱਸ ਤੇ PRTC ਨੂੰ ਵੀ ਫਾਇਦਾ ਹੋ ਸਕਦਾ। ਹੁਣ ਸਾਨੂੰ ਦਸੰਬਰ ਮਹੀਨੇ ਦੇ ਵਿੱਚੋਂ ਜਿਹੜੀ ਅਦਾਇਗੀ ਮਿਲੀ ਸੀ, ਉਸ ਤੋਂ ਬਾਅਦ 122 ਕਰੋੜ ਦੇ ਕਰੀਬ ਸਾਡੀ ਰਕਮ ਸਰਕਾਰ ਕੰਨੀ ਖੜੀ ਹੈ। ਹਜੇ ਤੱਕ ਕਿਸੇ ਦੀ ਤਨਖਾਹ ਨਹੀਂ ਪਈ ਤੇ ਨਾ ਹੀ ਸਾਨੂੰ ਸਰਕਾਰ ਕੋਲੋਂ ਕੋਈ ਪੈਸਾ ਮਿਲਿਆ। ਕੀ ਜੇ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਨੇ ਅਗਲਾ ਕੀ ਐਕਸ਼ਨ ਹੋਵੇਗਾ? ਅਗਲਾ ਐਕਸ਼ਨ ਪਹਿਲਾਂ ਤਾਂ ਸਾਡੀ ਅਸੀਂ 24 ਤਰੀਕ ਨੂੰ ਜਿਹੜੇ 2 ਘੰਟੇ ਬੱਸ ਅੱਡੇ ਬੰਦ ਕਰ ਰਹੇ ਹਾਂ ਸਾਰੇ ਪੰਜਾਬ ਦੇ। ਉਸ ਤੋਂ ਬਾਅਦ 8, 9 ਤੇ 10 ਜੂਨ ਦੀ ਹੜਤਾਲ ਹੈ। ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਲੰਬਾ ਲੈ ਕੇ ਜਾਵਾਂਗੇ। ਸਰਕਾਰ ਜਿਹੜੀ ਵਾਅਦਿਆਂ ਤੋਂ ਭੱਜ ਰਹੀ ਆ ਉਹਦੇ ਵਿਰੁੱਧ 'ਚ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ ਜੀ। ਸਾਡੀਆਂ ਜਿਹੜੀਆਂ ਹੱਕੀ ਮੰਗਾਂ ਹੈ, ਸਰਕਾਰ ਨੇ ਵਾਅਦੇ ਕੀਤੇ ਸੀ ਵੀ ਪਹਿਲੇ ਸੈਸ਼ਨ 'ਚ ਜਿਹੜਾ ਹਰਾ ਪੈਨ ਚਲਾ ਕੇ ਰੈਗੂਲਰ ਕਰਾਂਗੇ, ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੀ ਆਊਟਸੋਰਸਿੰਗ ਦੀ ਭਰਤੀ ਹੈ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਹੜੇ ਹੜਤਾਲ ਦੌਰਾਨ ਸਾਡੇ ਸਾਥੀ ਕੱਢੇ ਗਏ ਸੀ ਉਹਨਾਂ ਤੋਂ ਜ਼ਬਰਦਸਤੀ ਮਤਲਬ ਐਫੀਡੈਵਿਟਾਂ ਸਾਈਨ ਕਰਾ ਕੇ ਉਹਨਾਂ ਨੂੰ ਉਹੀ ਘੱਟ ਤਨਖਾਹ 'ਤੇ ਪਾਇਆ ਜਾ ਰਿਹਾ ਹੈ। ਜਿਹੜੇ ਸਾਥੀ ਰਿਪੋਰਟਾਂ ਦੀਆਂ ਕੰਡੀਸ਼ਨਾਂ ਵਾਲੇ ਸੀ ਉਹਨਾਂ ਨੂੰ ਡਬਲ ਸਜ਼ਾਵਾਂ ਜਿਵੇਂ ਜੁਰਮਾਨਾ ਵੀ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਘੱਟ ਸਜ਼ਾਵਾਂ 'ਤੇ ਵੀ ਘੱਟ ਤਨਖਾਹਾਂ 'ਤੇ ਪਾਇਆ ਜਾ ਰਿਹਾ ਤੇ ਜਿਹੜੇ ਉਹਨੂੰ 3-3 ਮਹੀਨੇ ਜਿਹੜਾ ਰੂਟ ਆਫ ਵੀ ਕਰਕੇ ਰੱਖਿਆ ਜਾਂਦਾ ਹੈ। 3-3 ਜਿਹੜੀਆਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਤੇ ਤੀਜੀ ਵਗ ਸਾਡੀ ਹੈ ਜਿਹੜੀ ਸਾਡੇ ਡਾਟਾ ਆਪਰੇਟਰ ਤੇ ਐਡਵਾਂਸ ਬੁੱਕਰ ਵੀਰ ਨੇ, ਉਹ ਅੱਡਿਆਂ 'ਚ ਐਡਵਾਂਸ ਕਰਦੇ ਆ, ਉਹਨਾਂ ਦਾ ਬਹੁਤ ਹੀ ਘੱਟ ਕਮਿਸ਼ਨ ਹੈ ਤੇ ਬਹੁਤ ਤਨਖਾਹ ਘੱਟ ਬਣਦੀ ਹੈ ਵੀ ਗੁਜ਼ਾਰਾ ਕਰਨਾ ਔਖਾ ਹੈ। ਸਾਡੀ ਮੰਗ ਹੈ ਵੀ ਉਹਨਾਂ ਦੀ ਫਿਕਸ ਤਨਖਾਹ ਕੀਤੀ ਜਾਵੇ ਡਾਟਾ ਆਪਰੇਟਰਾਂ ਦੀ ਤੇ ਐਡਵਾਂਸ ਬੁੱਕਰਾਂ ਦੀ। ਜਿਹੜੇ ਸਾਥੀ ਸਾਡੇ ਹੁਣ ਦੁਬਾਰੇ ਬਹਾਲ ਹੋ ਕੇ ਹੜਤਾਲ ਤੋਂ ਆਏ ਨੇ ਉਹਨਾਂ ਨੇ 8 ਸਾਲ ਜਿਹੜਾ ਉਹਨਾਂ ਨੇ ਆਪਦਾ ਭੱਠ ਝੋਕਿਆ ਬਾਹਰ ਤੇ ਬੜੇ ਸੰਘਰਸ਼ਾਂ ਬਾਅਦ ਆਏ ਆ, ਉਹਨਾਂ ਨੂੰ ਬਰਾਬਰ ਦਾ ਹੱਕ ਬਰਾਬਰ ਤਨਖਾਹ ਦਿੱਤੀ ਜਾਵੇ। ਸਾਥੀ ਰਿਪੋਰਟਾਂ ਵਾਲੇ ਬਹਾਲ ਹੋਏ ਆ ਉਹਨਾਂ ਨੂੰ ਵੀ ਬਰਾਬਰ ਤਨਖਾਹ ਦਿੱਤੀ ਜਾਵੇ ਕਿਉਂਕਿ ਉਹ 3-3 ਸਜ਼ਾਵਾਂ ਭੁਗਤ ਚੁੱਕੇ ਆ, ਜੁਰਮਾਨਾ ਵੀ ਭੁਗਤ ਚੁੱਕੇ ਆ ਤੇ ਉਹ ਜਿਹੜੇ 3-3 ਮਹੀਨੇ ਰੂਟ ਤੋਂ ਵੀ ਫਾਰਗ ਹੋ ਚੁੱਕੇ ਆ। ਤੇ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਧੱਕਾ ਹੈ ਕਿ ਜਦੋਂ ਉਹ ਹੁਣ ਮਹਿਕਮੇ ਨੂੰ ਜੁਆਇਨ ਕਰ ਰਹੇ ਆ ਦੁਬਾਰਾ ਤੋਂ ਤਾਂ ਉਹਨਾਂ ਨੂੰ ਉਹੀ ਪੁਰਾਣੀ ਤਨਖਾਹ ਦਿੱਤੀ ਜਾ ਰਹੀ ਹੈ ਜਿਨ੍ਹਾਂ ਨਾਲ ਉਹਨਾਂ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੋਣਾ। ਤੁਸੀਂ ਟਰਾਂਸਪੋਰਟ ਮੰਤਰੀ ਨੂੰ ਮੌਜੂਦਾ ਨੂੰ ਕਿਵੇਂ ਦੇਖਦੇ ਹੋ ਸਰਕਾਰ? ਅਸੀਂ ਬਹੁਤ ਨਲਾਇਕੀ ਕਹਿੰਦੇ ਹਾਂ ਟਰਾਂਸਪੋਰਟ ਮੰਤਰੀ ਦੀ। ਪਹਿਲੀ ਗੱਲ ਤਾਂ ਜਿਹੜੇ PRTC ਦੇ ਪਨ ਬੱਸ ਦੇ ਦੁਸ਼ਮਣ ਨੇ ਪ੍ਰਾਈਵੇਟ ਘਰਾਣੇ ਜਿਨ੍ਹਾਂ ਨੂੰ ਆਪਾਂ ਮਾਫੀਆ ਕਹਿ ਲੈਂਦੇ ਹਾਂ, ਟਰਾਂਸਪੋਰਟ ਮੰਤਰੀ ਬਣਨ ਸਾਰ ਬਠਿੰਡਾ ਵਿੱਚ ਉਹਨਾਂ ਦੇ ਘਰੇ ਉਹਨਾਂ ਨੇ ਖਾਣਾ ਖਾਧਾ, ਉਹਨਾਂ ਨਾਲ ਮਿਲੇ। ਜਿਹੜੇ ਐਕਸ ਟਰਾਂਸਪੋਰਟ ਮੰਤਰੀ ਰਾਜਾ ਜੀ ਬੜਿੰਗ ਸੀਗੇ, ਉਹਨਾਂ ਨੇ ਬਹੁਤ ਵਧੀਆ ਹੀ ਕਾਰਜਸ਼ੀਲ, ਚਾਹੇ ਉਹਨਾਂ ਦਾ ਸਮਾਂ 2 ਮਹੀਨਿਆਂ ਦਾ 3 ਦਾ ਰਿਹਾ ਜਿਹੜਾ PRTC ਦੇ ਪੰਜਾਬ ਰੋਡਵੇਜ਼ ਨੂੰ ਬੁਲੰਦੀਆਂ ਨੂੰ ਛੂਹਿਆ ਸੀਗਾ। ਪਰ ਇਹ ਨਵੇਂ ਬਣੇ ਜਿਹੜੇ ਟਰਾਂਸਪੋਰਟ ਮੰਤਰੀ ਆ ਇਹਨਾਂ ਨੇ ਉਨਾ ਹੀ PRTC ਦੇ ਪਰਪਸ ਦੇ ਜਿਹੜੇ ਟਾਈਮ ਹੈ ਉਹ ਪ੍ਰਾਈਵੇਟਾਂ ਦੇ ਹਿੱਤ 'ਚ ਲਿਜਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਉਹ ਅਸੀਂ ਕੋਸ਼ਿਸ਼ ਇਹਨਾਂ ਦੀ ਕਾਮਯਾਬ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਕੰਟੈਕਟ ਵਾਲੇ ਤੇ ਆਊਟਸੋਰਸਿੰਗ ਵਾਲੇ ਸਾਥੀ ਨੇ ਇਹ ਕਿਸੇ ਤਰ੍ਹਾਂ ਦੀ ਇਹਨਾਂ ਦੀ ਚਾਲ ਕਾਮਯਾਬ ਨਹੀਂ ਹੋਣ ਦੇਵਾਂਗੇ। ਸਾਡੀ ਇਹਨਾਂ ਨੂੰ ਇੱਕ ਪੂਰਜ਼ੋਰ ਅਪੀਲ ਆ ਕਿ ਸਰਕਾਰ ਦੇ ਤੇ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਆ ਇਹ ਅਦਾਰਿਆਂ ਨੂੰ ਬਚਾਉਣ, ਨਾ ਕਿ ਪ੍ਰਾਈਵੇਟ ਘਰਾਣਾ ਜਿਹੜਾ ਮਾਫੀਆ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਨਾ ਕਰਨ। RTO ਨੂੰ ਕਿਵੇਂ ਦੇਖਦੇ ਆ? ਕੱਲ RTO ਦੇ ਦਫ਼ਤਰ ਪੂਰੇ ਵੀ ਕੱਲ ਉਹ ਤਾਂ ਇੱਕ ਕਰਪਟ ਬੰਦਾ ਜੀ, ਪਹਿਲਾਂ ਵੀ ਉਹਦੇ ਬਾਅਦ ਧਰਨੇ ਮੁਜ਼ਾਹਰੇ ਹੁੰਦੇ ਰਹੇ ਆ, ਉਹਦਾ ਦਿਨ ਵਿੱਚ ਵੀ ਸ਼ਰਾਬ ਪੀਣ ਦਾ ਆਦੀ ਆ, ਇੱਕ ਐਡੀ ਪੋਸਟ ਤੇ ਹੋਣ ਦੇ IAS ਅਫਸਰ ਹੈ ਤੇ ਉਹਨੂੰ ਇਹ ਚੀਜ਼ਾਂ ਸ਼ੋਭਤ ਨਹੀਂ ਦਿੰਦੀਆਂ ਤੇ ਉਹਨਾਂ ਦਾ ਇੱਕ ਹੀ ਟੀਚਾ ਹੈ ਵੀ ਉਹ ਗਵਰਨਮੈਂਟ ਦੀ ਜਿਹੜੀ ਤਨਖਾਹ ਲੈ ਰੱਖਿਆ, ਪਬਲਿਕ ਦਾ ਸਰਵੈਂਟ ਹੈ ਤੇ ਉਹ ਜਿਹੜੀ ਹੈਲਪ ਜਿਹੜੀ ਕਰ ਰਿਹਾ ਪ੍ਰਾਈਵੇਟ ਘਰਾਣਿਆਂ ਦੀ ਕਰ ਰਿਹਾ। ਕੱਲ ਸਾਡੇ ਸਾਥੀ ਉਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਸੀ ਉਹਨਾਂ ਦੇ ਦਫ਼ਤਰ ਵਿੱਚ, ਜਿੱਥੇ ਉਹਨਾਂ ਨੇ ਬੜੀ ਭੱਦੀ ਸ਼ਬਦਾਵਲੀ ਵਰਤ ਕੇ ਉਹਨਾਂ ਨੂੰ ਆਪਣੇ ਗੇਟੋਂ ਬਾਹਰ ਹੋਣ ਦੀ, ਗੈਟ ਆਊਟ ਹੋਣ ਦੀ ਕਿਹਾ ਤੇ ਜਿਹੜੇ ਸਾਡੇ ਸਾਥੀਆਂ ਨੇ ਉਹਦੇ ਰੋਹ ਵਿੱਚ ਆ ਕੇ ਕੱਲ ਬੱਸ ਸਟੈਂਡ ਵੀ ਬੰਦ ਕਰਿਆ। ਅੱਜ ਵੀ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ DC ਸਾਹਿਬ ਨਾਲ, ਜੇ ਕੋਈ ਸਾਡੀ ਗੱਲ ਸਿਰੇ ਨਹੀਂ ਚੜ੍ਹਦੀ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ। ਸਾਨੂੰ ਇਹੋ ਜਿਹੇ ਅਫਸਰਾਂ ਦੀ ਕੋਈ ਲੋੜ ਨਹੀਂ ਜੋ ਮਹਿਕਮੇ ਨੂੰ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਉਣ।